ਹੈਲੋ ਸਟੂਡੈਂਟਸ, ਨੂਰ ਕਲਾਸਿਸ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਹਿਸਟਰੀ ਦਾ ਲੈਕਚਰ ਸਟਾਰਟ ਕਰਨ ਜਾ ਰਹੇ ਹਾਂ ਤੇ ਹਿਸਟਰੀ ਦਾ ਫਸਟ ਡੇ ਹੈ ਤੇ ਅੱਜ ਆਪਾਂ ਕਰਦੇ ਹਾਂ ਹਿਸਟਰੀ ਸਟਾਰਟ। ਹਿਸਟਰੀ ਤੋਂ ਵੀ ਅਸੀਂ ਅੱਜ ਐਂਸ਼ੀਅੰਟ ਹਿਸਟਰੀ ਸਟਾਰਟ ਕਰਾਂਗੇ। ਐਂਸ਼ੀਅੰਟ ਹਿਸਟਰੀ ਜੇ ਗੱਲ ਕਰਦੇ ਹਾਂ, ਜਿਹੜਾ ਹਿਸਟਰੀ ਵਰਡ ਹੈ ਇਹ ਗ੍ਰੀਕ ਭਾਸ਼ਾ ਦਾ ਇੱਕ ਵਰਡ ਹਿਸਟੋਰੀਆ ਉਹਦੇ ਤੋਂ ਲਿਆ ਗਿਆ ਹੈ। ਹਿਸਟਰੀ ਵਰਡ derived from Greek word historia. Greek word historia. ਜਿਹੜਾ ਹਿਸਟੋਰੀਆ ਵਰਡ ਹੈ ਇਹਦਾ ਮੀਨਿੰਗ ਕੀ ਹੁੰਦਾ ਹੈ? ਜਿਹੜਾ ਹਿਸਟੋਰੀਆ ਵਰਡ ਹੈ ਇਹਦਾ ਮੀਨਿੰਗ ਹੁੰਦਾ ਹੈ ਜਿਹੜੀ ਇਨਫੋਰਮੇਸ਼ਨ ਜਾਂ ਨੌਲੇਜ ਅਸੀਂ ਕਿਸੇ ਇਨਵੈਸਟੀਗੇਸ਼ਨ ਦੁਆਰਾ ਇਕੱਠੀ ਕਰਦੇ ਹਾਂ ਉਹਨੂੰ ਹਿਸਟੋਰੀਆ ਕਿਹਾ ਜਾਂਦਾ ਹੈ ਤੇ ਇੰਗਲਿਸ਼ ਵਿੱਚ ਇਹਨੂੰ ਹਿਸਟਰੀ ਕਹਿੰਦੇ ਨੇ। ਅਗਰ ਤੁਹਾਨੂੰ ਮੀਨਿੰਗ ਪੁੱਛ ਲਿਆ ਜਾਵੇ ਤਾਂ ਤੁਸੀਂ ਲਿਖੋਗੇ, ਤਾਂ ਤੁਸੀਂ ਯਾਦ ਰੱਖਣਾ the information or knowledge gathered by investigation ठीक है जी। ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਅਸੀਂ ਹਿਸਟਰੀ ਪੜ੍ਹਨੀ ਹੁੰਦੀ ਹੈ, ਜਿਹੜੇ ਇਹਦੇ 'ਚ ਸਮੇਂ ਕਾਲ ਹੁੰਦਾ ਹੈ ਉਹ ਬਹੁਤ ਇੰਪੋਰਟੈਂਟ ਹੁੰਦਾ ਹੈ ਤੇ ਸਮੇਂ ਕਾਲ 'ਚ ਵੀ ਕੁਝ ਵਰਡ ਨੇ, ਜਿਵੇਂ ਕ੍ਰੋਨੋਲੋਜੀ ਇੰਪੋਰਟੈਂਟ ਹੁੰਦੀ ਹਿਸਟਰੀ ਲਈ। ਕ੍ਰੋਨੋਲੋਜੀ ਹੁੰਦਾ ਸਮਾਂ ਕਾਲ। ਇਹਦੇ 'ਚ ਦੋ ਵਰਡ ਹੁੰਦੇ ਨੇ, ਇੱਕ ਹੁੰਦਾ BC ਤੇ ਇੱਕ AD। ਜਿਹੜਾ BC ਹੈ, BC ਦਾ ਮੀਨਿੰਗ ਹੁੰਦਾ ਬਿਫੋਰ ਕ੍ਰਾਈਸਟ। ਤੇ ਜਿਹੜਾ AD ਹੈ, AD ਦਾ ਮੀਨਿੰਗ ਹੁੰਦਾ ਅੰਨੋ ਡੋਮਿਨੀ। BC ਉਹ ਸਮਾਂ ਮੰਨਿਆ ਜਾਂਦਾ ਜਿਹੜਾ ਜੀਸਸ ਕ੍ਰਾਈਸਟ ਦੇ ਬਰਥ ਤੋਂ ਪਹਿਲਾਂ ਦਾ ਸਮਾਂ ਹੈ ਤੇ AD ਜਿਹੜਾ ਜੀਸਸ ਕ੍ਰਾਈਸਟ ਦੇ ਬਰਥ ਤੋਂ ਸਟਾਰਟ ਹੁੰਦਾ ਹੈ ਸਮਾਂ। ਪਰ ਜਿਹੜੇ ਅੱਜ ਦੇ ਹਿਸਟੋਰੀਅਨ ਨੇ ਉਹ ਇਹਨਾਂ ਵਰਡ ਦੀ ਥਾਂ ਤੇ ਨਵੇਂ ਵਰਡ ਯੂਜ਼ ਕਰਨ ਲੱਗ ਗਏ ਆ। ਜਿਹੜਾ BCE ਹੈ ਉਹਨੂੰ BCE ਦੇ ਨਾਮ ਨਾਲ ਜਾਣਿਆ ਜਾਣ ਲੱਗਾ, ਜਿਹੜਾ AD ਹੈ ਇਹਨੂੰ CE ਕਿਹਾ ਜਾਣ ਲੱਗਿਆ। ਉਹ ਜਿਹੜੇ ਅੱਜ ਦੇ ਹਿਸਟੋਰੀਅਨ ਉਹ ਕਹਿੰਦੇ ਨੇ ਕਿ ਜਿਹੜੇ ਇਹ ਵਰਡ ਨੇ BC ਤੇ AD ਇਹ ਜਿਹੜੇ ਇਹ ਕਿਸੇ ਇੱਕ ਸਪੈਸੀਫਿਕ ਧਰਮ ਨੂੰ ਪ੍ਰਮੋਟ ਕਰਦੇ ਆ ਤੇ ਇਸ ਲਈ ਇਹ ਵਰਡ ਜ਼ਿਆਦਾ ਰੈਲੀਵੈਂਟ ਨਹੀਂ ਲੱਗਦੇ ਤੇ ਇਸ ਲਈ ਉਹਨਾਂ ਨੇ ਜਿਹੜੇ ਨਵੇਂ ਵਰਡ ਹੁਣ ਯੂਜ਼ ਕਰਦੇ ਆ ਉਹ ਨੇ BC ਤੇ CE। BCE ਦਾ ਮਤਲਬ ਬਿਫੋਰ ਕਾਮਨ ਐਰਾ ਤੇ CE ਦਾ ਮਤਲਬ ਹੈਗਾ ਕਾਮਨ ਐਰਾ। BCE ਜਿਹੜਾ BC ਦੀ ਜਗ੍ਹਾ ਹੁਣ BCE ਵਰਡ ਯੂਜ਼ ਹੋਣ ਲੱਗ ਗਿਆ ਹੈ, ਇਹਦਾ ਮੀਨਿੰਗ ਹੁੰਦਾ ਬਿਫੋਰ ਕਾਮਨ ਐਰਾ। ਤੇ ਜਿਹੜਾ CE ਹੈ ਇਹਦਾ ਮੀਨਿੰਗ ਹੈਗਾ ਕਾਮਨ ਐਰਾ। ਤੇ ਇੱਕ ਵਰਡ ਹੁੰਦਾ C ਡਾਟ। ਹੁਣ C ਡਾਟ ਕੀ ਹੈ? C ਡਾਟ ਨੂੰ ਕਹਿੰਦੇ ਸਿਰਕਾ। ਇਹ
ਸਿਰਕੇ ਦਾ ਮੀਨਿੰਗ ਹੁੰਦਾ ਅਪਰੋਕਸੀਮੇਸ਼ਨ ਲਈ। ਜਦੋਂ ਅਸੀਂ ਕੋਈ ਵਰਡ ਯੂਜ਼ ਕਰਦੇ ਹਾਂ, ਅਸੀਂ ਕਿਸੇ ਟਾਈਮਲਾਈਨ ਬਾਰੇ ਸਾਨੂੰ ਪ੍ਰੋਪਰ ਜਾਣਕਾਰੀ ਨਹੀਂ, ਅਸੀਂ ਉਹਦਾ ਅੰਦਾਜ਼ਾ ਲਗਾਉਂਦੇ, ਉਹਦੇ ਲਈ ਯੂਜ਼ ਕੀਤਾ ਜਾਂਦਾ। ਅਪਰੋਕਸੀਮੇਸ਼ਨ ਲਈ ਯੂਜ਼ ਕੀਤਾ ਜਾਂਦਾ ਵਰਡ ਸਿਰਕਾ। ਜੇ ਪੁੱਛਿਆ ਜਾਵੇ ਅੱਜ ਅਸੀਂ ਕਿਹੜਾ ਕੈਲੰਡਰ ਯੂਜ਼ ਕਰ ਰਹੇ ਹਾਂ, ਤਾਂ ਅਸੀਂ ਗ੍ਰੇਗੋਰੀਅਨ ਕੈਲੰਡਰ ਯੂਜ਼ ਕਰ ਰਹੇ ਹਾਂ, ਜੋ ਅੱਜ ਵੀ ਯੂਜ਼ ਹੁੰਦਾ ਹੈ। ਤੇ ਇਸ ਤੋਂ ਪਹਿਲਾਂ ਇੱਕ ਕੈਲੰਡਰ ਯੂਜ਼ ਹੁੰਦਾ ਸੀ ਜਿਹਨੂੰ ਕਿਹਾ ਜਾਂਦਾ ਸੀ ਜੂਲੀਅਨ ਕੈਲੰਡਰ। ਜੀਸਸ ਕ੍ਰਾਈਸਟ ਦੇ ਬਰਥ ਤੋਂ ਪਹਿਲਾਂ ਜਿਹੜਾ ਕੈਲੰਡਰ ਯੂਜ਼ ਹੁੰਦਾ ਸੀ ਉਹਨੂੰ ਕਿਹਾ ਜਾਂਦਾ ਸੀਗਾ ਜੂਲੀਅਨ ਕੈਲੰਡਰ। ਜੂਲੀਅਨ ਕੈਲੰਡਰ। ਜਿਹੜਾ ਜੂਲੀਅਨ ਕੈਲੰਡਰ ਸੀਗਾ ਇਹਨੂੰ ਇੱਕ ਪਰਸਨ ਨੇ ਬਣਾਇਆ ਸੀਗਾ ਜਿਹਦਾ ਨਾਮ ਸੀਗਾ ਜੂਲੀਅਸ ਸੀਜ਼ਰ। ਜੂਲੀਅਸ ਸੀਜ਼ਰ। ਸੀਜ਼ਰ ਤੇ ਉਹਨੇ ਇੱਕ ਕੈਲੰਡਰ ਬਣਾਇਆ ਸੀ 46 BC 'ਚ। ਤੇ ਜਿਹੜਾ ਜੂਲੀਅਨ ਕੈਲੰਡਰ ਸੀਗਾ, ਜਿੰਨੀਆਂ ਵੀ ਇਹਦੇ ਵਿੱਚ ਕੋਈ ਕਮੀਆਂ ਸੀਗੀਆਂ, ਕਿਹਾ ਜਾਂਦਾ ਕਿ ਇਹਦੇ 'ਚ ਜਿਹੜਾ ਲੀਪ ਈਅਰ ਸੀ ਉਹਦੀ ਕੈਲਕੂਲੇਸ਼ਨ ਸਹੀ ਨਹੀਂ ਸੀ, ਤੇ ਇਹਨੂੰ ਹੀ ਇਹਦੀ ਕਰੈਕਸ਼ਨ ਲਈ ਹੀ ਜਿਹੜਾ ਹੈ ਗ੍ਰੇਗੋਰੀਅਨ ਕੈਲੰਡਰ ਆਇਆ ਸੀਗਾ। ਜੂਲੀਅਨ ਕੈਲੰਡਰ ਦੀ ਕਰੈਕਸ਼ਨ ਲਈ ਆਇਆ ਸੀਗਾ ਗ੍ਰੇਗੋਰੀਅਨ ਕੈਲੰਡਰ। ਗ੍ਰੇਗੋਰੀਅਨ ਕੈਲੰਡਰ। ਜਿਹੜਾ ਗ੍ਰੇਗੋਰੀਅਨ ਕੈਲੰਡਰ ਸੀ ਇਹ 1582 ਵਿੱਚ ਆਇਆ ਸੀਗਾ, ਤੇ ਇਹ ਇਨਵੈਂਟ ਕੀਤਾ ਸੀਗਾ ਇੱਕ ਸੀਗਾ ਪੋਪ ਜਿਹਦਾ ਨਾਮ ਸੀਗਾ ਗ੍ਰੇਗੋਰੀ 13। ਗ੍ਰੇਗੋਰੀ 13 ਨਾਮ ਦਾ ਰਾਜਾ ਸੀ ਜਿਹਨੇ ਕੈਲੰਡਰ ਬਣਾਇਆ ਸੀ। ਮੰਨਿਆ ਜਾਂਦਾ ਕਿ ਜਿਹੜੀ ਟਾਈਮਲਾਈਨ ਜਿਹੜੀ ਇੱਧਰੋਂ ਆਪਾਂ ਨੂੰ ਜਿਵੇਂ ਪਤਾ ਹੀ ਹੈ, ਇੱਧਰ ਨੂੰ ਰਿਵਰਸ ਕਾਊਂਟਿੰਗ ਆਉਂਦੀ ਹੈ ਤੇ ਇੱਧਰ ਨੂੰ ਰੈਗੂਲਰ ਕਾਊਂਟਿੰਗ। ਜਿਵੇਂ 10 ਨੂੰ 8 7 ਜਾ ਕੇ ਕਿਤੇ ਨਾ ਕਿਤੇ ਇੱਕ ਵੀ ਆਇਆ ਹੋਣਾ, ਫਿਰ 0 ਆਈ ਹੋਣੀ, ਤੇ ਇੱਧਰ ਰੈਗੂਲਰ ਕਾਊਂਟਿੰਗ ਸਟਾਰਟ ਹੋ ਜਾਂਦੀ ਹੈ। ਜਿਹੜਾ ਆਹ ਵਾਲਾ ਕੈਲੰਡਰ ਹੈ ਇਹਨੂੰ ਕਿਹਾ ਜਾਂਦਾ ਗ੍ਰੇਗੋਰੀਅਨ ਕੈਲੰਡਰ, ਤੇ ਜਿਹੜਾ ਆਹ ਵਾਲਾ ਹੈ ਇਹਨੂੰ ਕਿਹਾ ਜਾਂਦਾ ਹੈ ਜੂਲੀਅਨ ਕੈਲੰਡਰ। ਜੇ ਪੁੱਛਿਆ ਜਾਵੇ ਫਾਦਰ ਆਫ ਹਿਸਟਰੀ ਕੌਣ ਸੀ, ਤਾਂ ਫਾਦਰ ਆਫ ਹਿਸਟਰੀ ਕਿਹਾ ਜਾਂਦਾ ਹੈਰੋਡੋਟਸ ਨੂੰ। ਫਾਦਰ ਆਫ ਹਿਸਟਰੀ ਹੈਰੋਡੋਟਸ। ਤੇ ਇਹਦੀ ਬੁੱਕ ਦਾ ਨਾਮ ਹੈ ਹਿਸਟੋਰਿਕਾ। ਹਿਸਟੋਰਿਕਾ। ਜਿਹੜੀ ਏਂਸ਼ੀਅੰਟ ਹਿਸਟਰੀ ਹੈ ਇਹ ਵੀ ਅੱਗੇ 3 ਪਾਰਟਸ 'ਚ ਡਿਵਾਈਡ ਹੈ। ਇੱਕ ਕਿਹਾ ਜਾਂਦਾ ਪ੍ਰੀ ਹਿਸਟੋਰਿਕ ਪੀਰੀਅਡ, ਹਿਸਟੋਰਿਕ ਪੀਰੀਅਡ, ਪ੍ਰੋਟੋ ਹਿਸਟੋਰਿਕ ਪੀਰੀਅਡ ਤੇ ਹਿਸਟੋਰਿਕ ਪੀਰੀਅਡ। ਇੱਕ ਹੁੰਦਾ ਹੈ ਪ੍ਰੀ ਹਿਸਟੋਰਿਕ ਪੀਰੀਅਡ। एक है प्रोटो हिस्टोरिक पीरियड। एक है हिस्टोरिक पीरियड। प्री हिस्टोरिक पीरियड, प्रोटो हिस्टोरिक पीरियड ते
थर्ड हैगा अपना हिस्टोरिक पीरियड। हिस्टोरिक पीरियड ਹੁਣ ਜਿਹੜੇ ਇਹ ਪੀਰੀਅਡ ਨੇ ਪ੍ਰੀ ਹਿਸਟੋਰਿਕ ਪੀਰੀਅਡ, ਪ੍ਰੋਟੋ ਹਿਸਟੋਰਿਕ ਪੀਰੀਅਡ ਤੇ ਹਿਸਟੋਰਿਕ ਪੀਰੀਅਡ, ਇਹਨਾਂ 'ਚੋਂ ਡਿਫਰੈਂਸ ਕੀ ਹੈ ਜੇ ਦੇਖਿਆ ਜਾਵੇ। ਜਿਹੜਾ ਪ੍ਰੀ ਹਿਸਟੋਰਿਕ ਪੀਰੀਅਡ ਹੈ, ਪ੍ਰੀ ਹਿਸਟੋਰਿਕ ਪੀਰੀਅਡ ਹੈ ਜਿਹੜਾ, ਇਹ ਉਹ ਸਮਾਂ ਹੈ ਜਦੋਂ ਜਿਹੜੀ ਰਾਈਟਿੰਗ ਸਕਿੱਲ ਸੀ ਉਹ ਐਮਰਜੈਂਸ ਨਹੀਂ ਹੋਈ ਸੀ, ਅਜੇ ਰਾਈਟਿੰਗ ਸਕਿੱਲ ਹਿਊਮਨਸ 'ਚ ਨਹੀਂ ਆਈਆਂ ਸੀਗੀਆਂ। ਇਹ ਉਹ ਕਿਹੜਾ ਟਾਈਮ ਪੀਰੀਅਡ ਹੈ? ਬਿਫੋਰ the emergence of writing, of writings ਉਸ ਟਾਈਮ ਸਾਨੂੰ ਸਿਰਫ ਜਿਹੜੀ ਉਸ ਟਾਈਮ ਦੇ ਜਿਹੜੇ ਜਾਣਕਾਰੀ ਮਿਲਦੀ ਉਹ ਕਿਸ ਦੇ ਆਧਾਰ 'ਤੇ ਇਕੱਠੀ ਕੀਤੀ? ਫੋਸਿਲਸ ਦੇ ਆਧਾਰ 'ਤੇ, ਅਵਸ਼ੇਸ਼ਾਂ ਦੇ ਆਧਾਰ 'ਤੇ, ਯਾਨੀ ਸਬੂਤਾਂ ਦੇ ਆਧਾਰ 'ਤੇ। ਫੋਸਿਲਸ ਫੋਸਿਲਸ ਹੁੰਦੇ ਨੇ ਅਵਸ਼ੇਸ਼। ਪ੍ਰੀ ਹਿਸਟੋਰਿਕ ਪੀਰੀਅਡ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪ੍ਰੋਟੋ ਹਿਸਟੋਰਿਕ ਪੀਰੀਅਡ ਦੀ। ਪ੍ਰੀ ਹਿਸਟੋਰਿਕ ਪੀਰੀਅਡ ਜਿੱਥੇ ਹੁਣ ਇੱਥੇ ਅਸੀਂ ਲਿਖ ਦਿੰਦੇ ਪ੍ਰੋਟੋ ਹਿਸਟੋਰਿਕ ਪੀਰੀਅਡ। ਜਿਹੜਾ ਪ੍ਰੋਟੋ ਹਿਸਟੋਰਿਕ ਪੀਰੀਅਡ 'ਚ ਇਹਦੇ 'ਚ ਸਾਨੂੰ ਫੋਸਿਲਸ ਤਾਂ ਮਿਲੇ ਹੀ ਹੈਗੇ ਆ, ਇਹਦੇ ਨਾਲ ਸਾਨੂੰ ਜਿਹੜੀਆਂ ਰਾਈਟਿੰਗਸ ਵੀ ਮਿਲੀਆਂ ਨੇ। ਰਾਈਟਿੰਗਸ ਸਕਿੱਲ ਉਦੋਂ ਜਿਹੜੇ ਲੋਕਾਂ 'ਚ ਆ ਚੁੱਕੀ ਸੀਗੀ, ਰਾਈਟਿੰਗਸ ਵੀ ਮਿਲੀਆਂ ਨੇ। ਅਤੇ ਰਾਈਟਿੰਗਸ ਲਈ ਮਿਲੀਆਂ ਸਾਨੂੰ ਆਈ ਵੀ ਸੀ ਇੰਡਸ ਵੈਲੀ ਸਿਵਲਾਈਜੇਸ਼ਨ ਦੀਆਂ ਸੀਲਸ। ਬਟ ਜਿਹੜੀਆਂ ਸੀਲਸ ਮਿਲੀਆਂ ਨੇ ਅਸੀਂ ਇਹਨਾਂ ਨੂੰ ਅੱਜ ਤੱਕ ਵੀ ਪੜ੍ਹ ਨਹੀਂ ਸਕੇ, ਮਤਲਬ ਇਹਨਾਂ ਨੂੰ ਡਿਕੋਡ ਨਹੀਂ ਕਰ ਸਕੇ ਕਿ ਇਹ ਜਿਹੜੇ ਵਿੱਚ ਲਿਖਿਆ ਹੋਇਆ ਇਹ ਕੀ ਲਿਖਿਆ ਹੋਇਆ ਹੈ। ਬਟ could not decode। ਅੱਜ ਤੱਕ ਵੀ ਅਸੀਂ ਇਹਨਾਂ ਨੂੰ ਪੜ੍ਹ ਨਹੀਂ ਸਕੇ ਕਿ ਇਹ ਜਿਹੜੀਆਂ ਸੀਲਸ ਦੇ ਉੱਪਰ ਜੋ ਲਿਖਿਆ ਹੋਇਆ ਇਹ ਕੀ ਲਿਖਿਆ ਹੈ। ਤੇ ਜੇ ਗੱਲ ਕਰਦੇ ਹਾਂ ਹਿਸਟੋਰਿਕ ਪੀਰੀਅਡ ਦੀ, ਹੁਣ ਅਸੀਂ ਗੱਲ ਕਰਦੇ ਹਾਂ ਹਿਸਟੋਰਿਕ ਪੀਰੀਅਡ। ਜਿਹੜਾ ਹਿਸਟੋਰਿਕ ਪੀਰੀਅਡ ਸੀਗਾ, ਹਿਸਟੋਰਿਕ ਪੀਰੀਅਡ 'ਚ ਸਾਨੂੰ ਕੀ ਮਿਲਦਾ ਹੈ? ਰਾਈਟਿੰਗਸ ਮਿਲਦੀਆਂ ਨੇ ਲਿਖੀਆਂ ਹੋਈਆਂ। ਜਿਹੜੀ ਰਾਈਟਿੰਗਸ ਨੇ ਉਹ ਅਸੀਂ ਪੜ੍ਹ ਵੀ ਸਕਦੇ ਹਾਂ, ਠੀਕ ਹੈ। ਇਹਦੇ 'ਚ ਸਾਨੂੰ ਫੋਸਿਲਸ ਤਾਂ ਮਿਲਦੇ ਹੀ ਆ। ਠੀਕ ਹੈ, ਇਹ ਹੈਗਾ ਹਿਸਟੋਰਿਕ ਪੀਰੀਅਡ। ਅਸੀਂ 3 ਪਾਰਟ 'ਚ एंशिएंट हिस्ट्री डिवाइड किया जो प्री हिस्टोरिक पीरियड, प्रोटो हिस्टोरिक पीरियड एंड हिस्टोरिक पीरियड के तीनों में से डिफरेंस देखा। जो प्री हिस्टोरिक पीरियड ये भी अगे इन फरदर 3 पार्ट्स डिवाइड किया गया। जो प्री हिस्टोरिक पीरियड है, प्री हिस्टोरिक पीरियड जो further divided into three parts,
ਇਹਨਾਂ ਨੂੰ ਹੈਗੇ 3 ਪਾਰਟਸ 'ਚ ਡਿਵਾਈਡ ਕੀਤਾ ਗਿਆ। ਇਹਦੇ 'ਚ ਕਿਹੜਾ ਇਹ ਪਹਿਲਾ ਹੈਗਾ ਪੈਲਿਓਲਿਥਿਕ, ਲਿਥਿਕ, ਮੀਜ਼ੋਲਿਥਿਕ, ਸੈਕਿੰਡ ਹੈਗਾ ਮੀਜ਼ੋਲਿਥਿਕ, थर्ड हैगा नियोलिथिक पीरियड, लिथिक। ठीक है जी। जिहड़ा पैलोलिथिक है ਉਹਦੇ बारे गल करते हैं। लिथिक ਜਿਹੜਾ ਪੈਲੋਲਿਥਿਕ ਇਹ ਮੰਨਿਆ ਜਾਂਦਾ ਹੈ 5 ਲੱਖ ਤੋਂ 5 ਲੱਖ BC ਤੋਂ 9000 BC, 9000 BC। ਹੁਣ ਕੇ ਦਾ ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ, ਕੇ ਦਾ ਮਤਲਬ ਹੁੰਦਾ 1000। ਠੀਕ ਹੈ, के दा मीनिंग होता है 1000, 1000 मीन्स 1000। ओके, तो जे गल करते हैं जो पैलियोलिथिक इनू ओल्ड स्टोन एज भी कहा जाता है, ओल्ड स्टोन एज। क्लीयर। तो जोड़ा है मीजोलिथिक पीरियड, ਇਹਦਾ ਜਿਹੜਾ ਸਮਾਂ ਇਹ 9000 BC ਤੋਂ ਲੈ ਕੇ 4000 BC ਤੱਕ ਕਿਹਾ ਜਾਂਦਾ ਹੈ। 9000 BC ਤੋਂ ਜਿਹੜਾ ਪੈਲਿਓਲਿਥਿਕ ਤੋਂ ਬਾਅਦ ਆਉਂਦਾ ਮੀਜ਼ੋਲਿਥਿਕ, ਮੀਜ਼ੋਲਿਥਿਕ, ਮੀਜ਼ੋਲਿਥਿਕ ਪੀਰੀਅਡ ਹੈ। ये 9000 ਤੋਂ ਲੈ ਕੇ 4000 BC तक का टाइम पीरियड हैगा है। जे गल करिए नियोलिथिक पीरियड की, जोड़ा नियोलिथिक है नियोलिथिक का टाइम पीरियड देखिए 4000 तो 2500 BC तक मनिया जाता है। 4000 तो 2500 BC। ठीक है जी। ਜਿਹੜਾ ਪੈਲਿਓਲਿਥਿਕ ਪੀਰੀਅਡ ਹੈ ਇਹਦੀ ਗੱਲ ਕਹਿੰਦੇ ਇਸ ਪੀਰੀਅਡ ਵਿੱਚ ਜਿਹੜਾ ਇਨਸਾਨ ਸੀ ਉਹਨੂੰ ਕੋਈ ਨੌਲੇਜ ਨਹੀਂ ਹੈਗੀ ਸੀ ਫੈਮਿਲੀ ਲਾਈਫ ਬਾਰੇ, ਨਾ ਹੀ ਉਹਨੂੰ ਕੋਈ ਪਤਾ ਸੀਗਾ ਕਿ ਉਹ ਕਿਵੇਂ ਉਹਨੇ ਫੈਮਿਲੀ ਜੀਣੀ ਹੈ, ਕਿੱਥੇ ਰਹਿਣਾ। ਅਤੇ ਉਹਦਾ ਜਿਹੜਾ ਇਸ ਪੀਰੀਅਡ 'ਚ ਕਹਿੰਦੇ ਮੈਨ ਹੈਜ਼ ਨੋ ਨੌਲੇਜ ਆਫ ਐਨੀਥਿੰਗ, ਉਹਨੂੰ ਕਿਸੇ ਚੀਜ਼ ਦੀ ਨੌਲੇਜ ਨਹੀਂ ਸੀ, ਉਹਦੀ ਕੋਈ ਫੈਮਿਲੀ ਲਾਈਫ ਨਹੀਂ ਸੀ, ਅਤੇ ਉਹਦੀ ਲਾਈਫ ਸੀ ਜਿਹੜੀ ਉਹ ਰੋਮਿੰਗ ਸੀ, ਘੁੰਮਣਾ ਇੱਧਰ ਉੱਧਰ ਅਤੇ ਆਪਣਾ ਫੂਡ ਇਕੱਠਾ ਕਰਨਾ, ਇਹੀ ਉਹਦਾ ਜੀਵਨ ਸੀਗਾ। ਸਿਰਫ ਹੰਟਿੰਗ ਉਹਦਾ ਮੇਨ ਮੋਟਿਵ ਸੀਗਾ। ਚਲੋ ਲਿਖਦੇ ਇਨ ਦਿਸ ਪੀਰੀਅਡ, in this period man who has no knowledge, man has no knowledge, no family life, ਲਾਈਫ। ਤੇ ਜਿਹੜੀ ਉਹਦੀ ਲਾਈਫ ਸੀ ਕਹਿੰਦੇ ਲਾਈਫ ਇਜ਼ ਰੋਮਿੰਗ ਫਰੋਮ ਵਨ ਪਲੇਸ ਟੂ ਅਨਦਰ, ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦਾ ਸੀਗਾ, ਫੂਡ ਦੀ ਭਾਲ ਕਰਦਾ ਸੀਗਾ ਅਤੇ ਉਹ ਸ਼ਿਕਾਰ ਕਰਕੇ ਹੀ ਆਪਣਾ ਜੀਵਨ ਗੁਜ਼ਾਰਦਾ ਸੀਗਾ। ਫੈਮਿਲੀ ਲਾਈਫ ਅੱਗੇ ਲਿਖੋ, ਲਾਈਫ ਇਜ਼ ਰੋਮਿੰਗ, life is roaming from
one place to another, one place to another, ठीक है। in search of food, ਕਿ ਉਹ ਇੱਕ ਜਗ੍ਹਾ ਤੋਂ ਦੂਜੀ ਥਾਂ ਤੇ ਜਾਂਦਾ ਸੀ in ਭੋਜਨ ਦੀ ਭਾਲ ਵਿੱਚ, search of food, ठीक है। and lived on hunting, and lived on hunting, ठीक है जी। ਤੇ ਕਹਿੰਦੇ these people called nomads, ਜਿਹੜੇ ਇਹ ਲੋਕ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਸੀਗੇ ਭੋਜਨ ਦੀ ਭਾਲ ਵਿੱਚ, ਇਹਨਾਂ ਨੂੰ ਕਿਹਾ ਜਾਂਦਾ ਸੀ nomads, ਇਹਨਾਂ ਲੋਕਾਂ ਨੂੰ ਕੀ ਕਿਹਾ ਜਾਂਦਾ ਸੀਗਾ, nomads। ਕਹਿੰਦੇ these people were called, these were called nomads, nomads meaning ਹੁੰਦਾ ਹੈ ਘੁਮੱਕੜ ਲੋਕ। nomads ਕੀ ਕਹਿੰਦੇ ਇਹਨੂੰ ਪੰਜਾਬੀ ਚ ਕਹਿੰਦੇ ਆ ਘੁਮੱਕੜ, ਠੀਕ ਹੈ। ਅਗਰ ਤੁਹਾਨੂੰ ਪੁੱਛ ਰਿਹਾ ਵੀ nomads ਦਾ ਮੀਨਿੰਗ ਕੀ ਹੁੰਦਾ ਤਾਂ ਤੁਸੀਂ ਦੱਸੋਗੇ which people moves from one one place to another, one place to another, ठीक है जी। ये सारा कुछ ਅਸੀਂ ਅੱਜ ਕੀਤਾ ਹੈ ਪੈਲੀਓਲਿਥਿਕ ਪੀਰੀਅਡ ਦਾ, ਠੀਕ ਹੈ ਜੀ। ਤੇ ਆਈ ਹੋਪ ਕਿ ਤੁਹਾਨੂੰ ਕਲਾਸ ਪਸੰਦ ਆਈ ਹੋਊਗੀ। ਅਗਰ ਤੁਹਾਨੂੰ ਕਲਾਸ ਪਸੰਦ ਆਈ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ, ਤੇ ਜਿਹੜਾ ਸੈਸ਼ਨ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਹੋਰ ਵੀ ਸਟੂਡੈਂਟਸ ਦਾ ਭਲਾ ਹੋ ਸਕੇ। ਥੈਂਕ ਯੂ।